समय ਦੇ ਵਿੱਚ ਕਣਕ ਝੋਨੇ ਦੀ ਖਰੀਦ ਜਿਹੜੀ ਹੈ ਉਹ ਪੰਜਾਬ 'ਚੋਂ ਖਤਮ ਕੀਤੀ ਜਾਏਗੀ। ਕਿਸਾਨੀ ਅੰਦੋਲਨ ਦੀ ਅਸਲ ਲੜਾਈ ਜਿਹੜੀ ਹੈ ਉਹ ਕਾਰਪੋਰੇਟ ਸਿਸਟਮ ਦੇ ਨਾਲ ਹੈ ਕਿ ਹੁਣ ਤੁਹਾਨੂੰ ਕੋਈ ਰਾਜਨੇਤਾ ਜਾਂ ਪੋਲੀਟੀਕਲ ਪਾਰਟੀ ਨਹੀਂ ਬਚਾ ਸਕਦੀ। ਸਤਿ ਸ਼੍ਰੀ ਅਕਾਲ, ਮੈਂ ਸੁਨਹਿਰਾ ਸਮਾਜ ਤੋਂ ਸੁਖਦੇਵ ਸਿੰਘ ਤੁਹਾਡਾ ਸਵਾਗਤ ਕਰਦਾ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਕੋਲੋਂ, ਲੋਕ ਅਧਿਕਾਰ ਲਹਿਰ ਤੋਂ, ਜੋ ਕਿ ਕਿਸਾਨੀ ਅੰਦੋਲਨ ਨਾਲ ਬਹੁਤ ਹੀ ਤਹਿ ਦਿਲੋਂ ਜੁੜੇ ਪਏ ਨੇ। ਉਹਨਾਂ ਨੇ ਕਿ ਇਸ ਬਾਰੇ ਕੀ ਜਾਣਕਾਰੀਆਂ ਹਾਸਲ ਕੀਤੀਆਂ ਜਾਂ ਜੋ ਆਰਡੀਨੈਂਸ ਸਾਡੇ ਦਿੱਤੇ ਗਏ ਨੇ ਉਹਨਾਂ ਆਰਡੀਨੈਂਸਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਆਰਡੀਨੈਂਸ ਹੈ ਕਿ ਵਿਰੋਧ ਕਿਉਂ ਹੋ ਰਿਹਾ ਇਹਨਾਂ ਦਾ, ਇਸ ਬਾਰੇ ਅਸੀਂ ਉਹਨਾਂ ਨਾਲ ਜਾਣਕਾਰੀ ਲਾਂਗੇ। ਬਲਵਿੰਦਰ ਸਿੰਘ ਜੀ, ਤੁਸੀਂ ਹੁਣ ਇਸ ਬਾਰੇ ਦੱਸੋ। ਦੇਖੋ, ਜਿਹੜੇ 3 ਆਰਡੀਨੈਂਸ ਭਾਰਤ ਦੀ ਸਰਕਾਰ ਲੈ ਕੇ ਆਈ ਹੈ, ਜਿਨ੍ਹਾਂ ਦੇ ਵਿੱਚ ਇੱਕ ਜ਼ਖੀਰੇਬਾਜ਼ੀ ਦੇ ਨਾਲ ਜੁੜਿਆ ਹੋਇਆ, ਦੂਸਰਾ ਜਿਹੜਾ ਆਰਡੀਨੈਂਸ ਹੈ ਉਹ ਖੁੱਲ੍ਹੀ ਮੰਡੀ ਦੇ ਨਾਲ ਜੁੜਿਆ ਹੋਇਆ, ਤੇ ਤੀਸਰਾ ਆਰਡੀਨੈਂਸ ਜਿਹੜਾ ਹੈਗਾ ਉਹ ਕੰਟਰੈਕਟ ਫਾਰਮਿੰਗ ਦੇ ਨਾਲ ਜੁੜਿਆ ਹੋਇਆ। ਭਾਵੇਂ ਬਿਨਾਂ ਸ਼ੱਕ 2 ਆਰਡੀਨੈਂਸ ਪਹਿਲਾਂ ਹੀ ਪੰਜਾਬ ਦੇ ਵਿੱਚ ਲਾਗੂ ਨੇ, ਜਿਹਦੇ ਵਿੱਚ 2006 ਦੇ ਵਿੱਚ ਖੁੱਲ੍ਹੀ ਮੰਡੀ ਦਾ ਜਿਹੜਾ ਐਕਟ ਸੀਗਾ ਉਹ ਕੈਪਟਨ ਸਰਕਾਰ ਲੈ ਕੇ ਆਈ ਸੀ, ਔਰ ਉਸ ਤੋਂ ਬਾਅਦ 2013 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਕੰਟਰੈਕਟ ਫਾਰਮਿੰਗ ਦਾ ਜਿਹੜਾ ਹੈਗਾ ਐਕਟ ਉਹ ਲੈ ਕੇ ਆਈ ਹੈ। ਇਹ ਜਿਹੜੇ ਤਿੰਨੇ ਐਕਟ ਨੇ ਇਹ ਇੱਕ ਦੂਜੇ ਦੇ ਨਾਲ ਜੁੜਦੇ ਹੈ, ਔਰ ਪੰਜਾਬ ਤੇ ਹਰਿਆਣੇ ਦੇ ਵਿੱਚ ਕਿਉਂਕਿ MSP ਦੇ ਉੱਤੇ ਪੂਰੀ ਤਰ੍ਹਾਂ ਸਰਕਾਰੀ ਪ੍ਰੋਕਿਉਰਮੈਂਟ ਜਿਹੜੀ ਸਰਕਾਰੀ ਖਰੀਦ ਜਿਹੜੀ ਹੁੰਦੀ ਸੀ, ਉਹਦੇ ਕਰਕੇ ਕਿਸਾਨਾਂ ਨੂੰ ਇਸ ਗੱਲ ਦਾ ਖਦਸ਼ਾ ਹੀ ਨਹੀਂ, ਬਲਕਿ ਬਿਲਕੁਲ ਸੱਚੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਝੋਨੇ ਦੀ ਖਰੀਦ ਜਿਹੜੀ ਹੈ ਉਹ ਪੰਜਾਬ 'ਚੋਂ ਖਤਮ ਕੀਤੀ ਜਾਏਗੀ, ਕਿਉਂਕਿ ਸਰਕਾਰ ਕਿਤੇ ਨਾ ਕਿਤੇ PDS ਸਿਸਟਮ ਜਿਹੜਾ ਹੈ ਉਹਨੂੰ ਵੀ ਖਤਮ ਕਰਨ ਬਾਰੇ ਵਿਚਾਰ ਕਰ ਰਹੀ ਹੈ, ਔਰ ਉਹਦੇ ਬਹੁਤ ਵੱਡੇ ਕਾਰਨ ਨੇ। ਮਿਸਾਲ ਦੇ ਤੌਰ ਤੇ ਕੋਵਿਡ-19 ਦੇ ਸਮੇਂ ਦੌਰਾਨ ਜਿਹੜਾ ਅਨਾਜ ਆਇਆ ਹੈ, ਤਾਂ ਉਸ ਅਨਾਜ ਦਾ ਵੱਡਾ ਹਿੱਸਾ ਜਿਹੜਾ ਹੈਗਾ ਉਹ ਬਾਹਰ ਦੀ ਬਾਹਰ ਅਲੱਗ-ਅਲੱਗ ਮਿੱਲਾਂ ਤੱਕ ਪਹੁੰਚਿਆ ਭ੍ਰਿਸ਼ਟਾਚਾਰ ਦੇ ਤਹਿਤ, ਔਰ ਜਿਹੜਾ ਲਾਭਪਾਤਰੀ ਹੈ ਉਹਦੇ ਤੱਕ ਉਹ ਨਹੀਂ ਜਾਂਦਾ ਜੀ। ਸੋ ਕੁਦਰਤੀ ਗੱਲ ਹੈ ਕਿ ਜਿਹੜੇ ਜਨ ਧਨ ਯੋਜਨਾ ਦੇ ਖਾਤੇ ਖੁਲਾਏ ਗਏ ਹੈ, ਸੋ ਸਰਕਾਰ ਲਈ ਇੱਕ ਸੌਖਾ ਤਰੀਕਾ ਹੈ ਕਿ ਉਹ ਪਹਿਲਾਂ 20 ਰੁਪਏ ਕਿਲੋ ਅਨਾਜ ਖਰੀਦਦੀ ਹੈ, ਉਸ ਤੋਂ ਬਾਅਦ ਉਹਨੂੰ ਸੰਭਾਲਦੀ ਹੈ, ਤਾਂ ਫਿਰ 5 ਰੁਪਏ ਜਿਹੜੇ ਹੈਗੇ ਆ ਉਹਨੂੰ ਉਹਦਾ ਵਿਤਰਨ ਕਰਨ ਤੇ ਖਰਚਦੀ ਹੈ, ਤਾਂ ਤਕਰੀਬਨ 35 ਰੁਪਏ ਖਰਚ ਆਉਂਦਾ ਜੀ। ਸੋ ਭ੍ਰਿਸ਼ਟਾਚਾਰ ਹੋਣ ਕਰਕੇ ਸਰਕਾਰ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਇਹ ਵੀ ਸੋਚਦੀ ਹੈ ਕਿ ਇਹ ਪੈਸਾ ਜਿਹੜਾ ਹੈਗਾ ਸਿੱਧਾ ਜਨਧਨ ਖਾਤੇ 'ਚ ਪਾ ਦਿੱਤਾ ਜਾਵੇ, ਔਰ ਪ੍ਰਾਈਵੇਟ ਕਾਰਪੋਰੇਟ ਜਿਹੜੇ ਹੈਗੇ ਆ ਉਹ ਅਨਾਜ ਖਰੀਦਣ, ਔਰ ਤਕਰੀਬਨ 24 ਕਰੋੜ ਲੋਕਾਂ ਦੇ ਜਿਹੜੇ ਰਾਸ਼ਨ ਕਾਰਡ ਨੇ ਉਹ ਉਹਨਾਂ ਨੂੰ ਥਮਾ ਦਿੱਤੇ ਜਾਣ, ਔਰ ਉਹ ਡਾਇਰੈਕਟ ਜਿਹੜਾ ਹੈਗਾ ਉੱਥੋਂ ਸਮਾਨ ਦੀ ਖਰੀਦ ਕਰਨ। ਸੋ ਇਹ ਜਿਹੜੀਆਂ ਸਰਕਾਰਾਂ ਹੈਗੀਆਂ ਇਹ ਪੂਰੀ ਤਰ੍ਹਾਂ ਕਾਰਪੋਰੇਟਾਂ ਦੁਆਰਾ ਹੀ ਬਣਾਈਆਂ ਜਾਂਦੀਆਂ। ਅੱਜ ਲੜਾਈ ਜਿਹੜੀ ਹੈ ਉਹ ਭਾਜਪਾ ਜਾਂ ਅਮਿਤ ਸ਼ਾਹ ਜਾਂ ਮੋਦੀ ਨਾਲ ਨਹੀਂ ਹੈ। ਕਿਸਾਨੀ ਅੰਦੋਲਨ ਦੀ ਅਸਲ ਲੜਾਈ ਜਿਹੜੀ ਹੈ ਉਹ ਕਾਰਪੋਰੇਟ ਸਿਸਟਮ ਦੇ ਨਾਲ ਹੈ, ਔਰ ਕੇਵਲ ਕਿਸਾਨੀ ਜਿਹੜੇ ਬਿੱਲ ਨੇ ਉਹਨਾਂ ਨੂੰ ਮੋੜਿਆਂ ਜਾਂ ਬਦਲਣ ਨਾਲ ਮਸਲਾ ਹੱਲ ਨਹੀਂ ਹੋਣਾ। ਇਹ ਸਮੁੱਚਾ ਜਿਹੜਾ ਲੋਟੂ ਸਿਸਟਮ ਹੈ, ਜਿੰਨਾ ਚਿਰ ਇਹ ਨਹੀਂ ਬਦਲਿਆ ਜਾਂਦਾ ਉਹਨਾਂ ਚਿਰ ਇਹਨਾਂ ਮਸਲਿਆਂ ਦਾ ਕੋਈ ਸਥਾਈ ਹੱਲ ਜਿਹੜਾ ਹੈਗਾ ਉਹ ਨਹੀਂ ਨਿਕਲ ਸਕਦਾ। ਪਰ ਪੰਜਾਬ ਦੇ ਲੋਕਾਂ ਨੇ ਜਾਗ ਕੇ ਜਿਹੜੀ ਇੱਕ ਲੜਾਈ ਸ਼ੁਰੂ ਕੀਤੀ ਹੈ ਉਹ ਕਿਤੇ ਨਾ ਕਿਤੇ ਇੱਕ ਆਸ਼ਾ ਦੀ ਕਿਰਨ ਹੈ, ਔਰ ਪੰਜਾਬ ਜਿਹੜਾ ਹੈਗਾ ਉਹ ਇੱਕ ਨਜ਼ੀਰ ਬਣ ਸਕਦਾ ਪੂਰੇ ਭਾਰਤ ਦੇ ਲਈ, ਕਿਉਂਕਿ ਜਦੋਂ ਆਪਾਂ ਦੇਸ਼ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਉਦੋਂ ਵੀ ਪੰਜਾਬੀਆਂ ਨੇ 80% ਕੁਰਬਾਨੀਆਂ ਦਿੱਤੀਆਂ। ਤਾਂ ਦੇਸ਼ ਦੇ ਵਿੱਚ ਸਮੁੱਚੇ ਸਿਸਟਮ ਨੂੰ, ਭ੍ਰਿਸ਼ਟ ਸਿਸਟਮ ਨੂੰ ਬਦਲਣ ਲਈ ਵੀ ਕੋਈ ਮਿਸਾਲ ਬਣੇਗੀ ਤਾਂ ਉਹ ਪੰਜਾਬ ਬਣੇਗਾ। ਔਰ ਇਹਦਾ ਜਿਹੜਾ ਪਹਿਲਾਂ ਪ੍ਰਗਟਾਵਾ ਹੈ ਉਹ 2014 ਦੀਆਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ, ਪੂਰੇ ਭਾਰਤ ਦੇ ਵਿੱਚੋਂ 4 ਸੰਸਦ ਮੈਂਬਰ ਦੇ ਕੇ ਪੰਜਾਬੀਆਂ ਨੇ ਇਹ ਸਿੱਧ ਕੀਤਾ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਬਹੁਤ ਅਗਾਂਹ ਵਧੂ ਨੇ, ਔਰ ਇੱਕ ਵੱਖਰੀ ਸੋਚ, ਇੱਕ ਵੱਖਰਾ ਮਾਦਾ ਜਿਹੜਾ ਹੈਗਾ ਨਾ ਇਨਸਾਫੀਆਂ ਦੇ ਖਿਲਾਫ ਲੜਨ ਦਾ ਰੱਖਦੇ ਹੈ। ਤਾਂ ਕਿਤੇ ਨਾ ਕਿਤੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਹਰ ਤਰ੍ਹਾਂ ਦਾ ਦੁੱਖ ਜਿਹੜਾ ਹੈਗਾ ਲੋਕਾਂ ਦਾ ਉਹ ਬਾਹਰ ਨਿਕਲ ਕੇ ਆ ਰਿਹਾ ਹੈ, ਭਾਵੇਂ ਉਹ ਬੇਰੁਜ਼ਗਾਰੀ ਹੋਵੇ, ਭਾਵੇਂ ਉਹ ਥਾਣਿਆਂ ਤੇ ਕਚਹਿਰੀਆਂ ਦੇ ਵਿੱਚ ਨਾ ਇਨਸਾਫੀ ਹੋਵੇ, ਭਾਵੇਂ ਉਹ ਹਰ ਜਗ੍ਹਾ ਤੇ ਫੈਲਿਆ ਹੋਇਆ ਜਨਤਕ ਸੇਵਾਵਾਂ ਦੇ ਵਿੱਚ ਭ੍ਰਿਸ਼ਟਾਚਾਰ ਹੋਵੇ। ਸੋ ਅੱਜ ਜਿਹੜੀ ਲੜਾਈ ਹੈਗੀ ਹੈ ਉਹ ਇੱਕ ਭ੍ਰਿਸ਼ਟਾਚਾਰ ਦੇ ਖਿਲਾਫ ਵੀ ਹੈ, ਔਰ ਇਹ ਇੱਕ ਲੰਬੀ ਲੜਾਈ ਹੈ। ਇਹਦੇ ਤੋਂ ਨਤੀਜੇ ਜਿਹੜੇ ਹੈਗੇ ਆ ਉਹ ਬਹੁਤ ਜਲਦੀ ਹਾਸਲ ਹੋਣ ਵਾਲੇ ਨਹੀਂ ਹੈਗੇ, ਪਰ ਲੋਕ ਵੀ ਕਿਤੇ ਨਾ ਕਿਤੇ ਇਹਨੂੰ ਲੜਨ ਦਾ ਮਨ ਬਣਾ ਚੁੱਕੇ ਆ।
ਜਿਵੇਂ ਕਿ ਕੇਂਦਰ ਸਰਕਾਰ ਬਾਰ-ਬਾਰ ਇਹ ਦਾਅਵੇ ਕਰ ਰਹੀ ਹੈ ਹਰ ਚੀਜ਼ ਲਈ ਕਿ ਇਹ ਜਿੰਨੇ ਵੀ ਆਰਡੀਨੈਂਸ ਬਣਾਏ ਨੇ ਇਹ ਆਮ ਕਿਸਾਨ ਦੇ ਫਾਇਦੇਮੰਦ ਨੇ, ਪਰ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ ਉਹ ਕਹਿੰਦੇ ਇਹ ਸਾਡਾ ਨੁਕਸਾਨ ਹੈ। ਤੁਸੀਂ ਇਸ ਨਜ਼ਰੀਏ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸਵਾਲ ਇਹ ਹੈ ਕਿ ਇਹ ਕਾਨੂੰਨ ਲਿਆਉਣ ਵਾਸਤੇ ਸਰਕਾਰਾਂ ਨੇ ਪਿਛਲੇ 10-12 ਸਾਲਾਂ ਤੋਂ ਤਿਆਰੀ ਕੀਤੀ ਹੋਈ ਹੈ। ਅਡਾਨੀ ਗਰੁੱਪ ਨੇ ਅਡਾਨੀ ਐਗਰੀ ਲੌਜਿਸਟਿਕ ਲਿਮਟਿਡ ਦੇ ਨਾਂ ਹੇਠ 2008 ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਾਈਲੋ ਬਣਾਉਣ ਦਾ ਕਾਨੂੰਨ ਜਿਹੜਾ ਸੀਗਾ ਉਹ ਮਨਮੋਹਨ ਸਰਕਾਰ ਵੇਲੇ ਉਹਨਾਂ ਤੋਂ ਆਗਿਆ ਲੈ ਲਈ ਸੀ। ਅੱਜ ਜੇ ਅਸੀਂ ਮੱਧ ਪ੍ਰਦੇਸ਼ ਦੀ ਗੱਲ ਕਰਦੇ ਹਾਂ ਤਾਂ ਉੱਥੇ 3 ਲੱਖ ਮੀਟ੍ਰਿਕ ਟਨ ਅਨਾਜ ਦੀ ਸੰਭਾਲ ਜਿਹੜੀ ਹੈਗੀ ਹੈ ਉਹ ਅਡਾਨੀ ਗਰੁੱਪ ਕਰ ਰਿਹਾ ਹੈ। ਵਾਲਮਾਰਟ ਜਿਹੜਾ ਹੈਗਾ ਉਹਨੇ ਆਪਣੇ ਸਟੋਰ ਬਣਾ ਲਏ ਨੇ। ਪੰਜਾਬ ਦੇ ਵਿੱਚ 2007 ਤੋਂ ਜਿਹੜਾ ਡਗਰੂ ਦੇ ਵਿੱਚ ਸਾਈਲੋ ਬਣਿਆ ਹੋਇਆ ਉੱਥੇ ਕਿਸਾਨ ਆਪਣੀ ਕਣਕ ਜਿਹੜੀ ਹੈਗੀ ਹੈ ਉਹ ਮਤਲਬ ਵੇਚ ਕੇ ਆਉਂਦੇ ਨੇ। ਸੋ ਪ੍ਰੋਕਿਉਰਮੈਂਟ ਭਾਵੇਂ FCI ਕਰਦੀ ਹੈ ਪਰ ਉਹਦੇ ਲਈ ਸਟੋਰੇਜ ਦਾ ਜਿੰਨਾ ਵੀ ਪੂਰੇ ਭਾਰਤ ਦੇ ਵਿੱਚ ਅੱਜ ਸੰਭਾਲ ਦਾ ਕੰਮ ਹੈ ਉਹ ਕਿਤੇ ਨਾ ਕਿਤੇ ਅਡਾਨੀ, ਵਾਲਮਾਰਟ ਤੇ ਹੋਰ 1-2 ਕੰਪਨੀਆਂ ਕੋਲੇ ਚਲਾ ਗਿਆ। ਸੋ ਇਹ ਜਿਹੜੇ ਕਾਨੂੰਨ ਨੇ ਦੋ ਗੱਲਾਂ ਕਮਰਸ ਟਰਮ ਦੇ ਵਿੱਚ ਆਪਾਂ ਇੱਕ ਮੋਨੋਪਲੀ ਹੁੰਦੀ ਹੈ ਇੱਕ ਮਨੋਪਸੋਨੀ ਸ਼ਬਦ ਹੈ ਕਿ ਖਰੀਦਦਾਰ ਜਿਹੜਾ ਹੈਗਾ ਜਦੋਂ ਇੱਕ ਹੋ ਜਾਏਗਾ ਤਾਂ ਉਹ ਖਰੀਦਣ ਤੋਂ ਬਾਅਦ ਫਿਰ ਉਹਦੀ ਮੋਨੋਪਲੀ ਹੋਏਗੀ। ਤਾਂ ਇਹਦਾ ਕਿਤੇ ਨਾ ਕਿਤੇ ਜਿਹੜਾ ਹੈਗਾ ਕੰਜ਼ਿਊਮਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਖਮਿਆਜਾ ਭੁਗਤਣਾ ਪਏਗਾ। ਇਹ ਲੜਾਈ ਕੇਵਲ ਕਿਸਾਨ ਦੀ ਨਹੀਂ ਹੈ ਔਰ ਇਸ ਲੜਾਈ ਦੇ ਵਿੱਚ ਲੋਕ ਅਧਿਕਾਰ ਲਹਿਰ ਦਾ ਮੰਨਣਾ ਇਹ ਹੈ ਕਿ ਸਰਕਾਰ ਕਾਨੂੰਨ ਤੇ ਵਾਪਸ ਨਹੀਂ ਲਏਗੀ। ਸਾਨੂੰ ਉਹਦਾ ਮੁਕਾਬਲਾ ਕਰਨ ਲਈ ਇੱਕ ਕੋਆਪਰੇਟਿਵ ਸਿਸਟਮ ਲੈ ਕੇ ਆਉਣਾ ਪਏਗਾ। ਸੋ ਅਸੀਂ ਪਹਿਲਾਂ ਵੀ ਕਿਸਾਨ ਆਗੂਆਂ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਭਾਰਤ ਸਰਕਾਰ ਤੋਂ ਕੋਆਪਰੇਟਿਵ ਸਿਸਟਮ ਦੇ ਲਈ ਜਿਹੜਾ ਹੈਗਾ 2 ਲੱਖ ਕਰੋੜ ਰੁਪਏ ਦੀ ਮੰਗ ਕਰੇ, ਕਿਉਂਕਿ ਜੇ ਉਹ ਕਾਰਪੋਰੇਟਾਂ ਨੂੰ ਪਿਛਲੇ 5 ਸਾਲਾਂ ਦੇ ਵਿੱਚ 11 ਲੱਖ ਕਰੋੜ ਰੁਪਏ ਦੀ ਮਾਫੀ ਦੇ ਸਕਦੇ ਹੈ ਤਾਂ ਉਹ ਕਿਸਾਨਾਂ ਨੂੰ ਮੰਡੀਕਰਨ ਸਿਸਟਮ ਦੇ ਕੋਆਪਰੇਟਿਵ ਸਿਸਟਮ ਦੇ ਲਈ 2 ਲੱਖ ਕਰੋੜ ਰੁਪਈਆ ਵੀ ਦੇ ਸਕਦੇ ਆ। ਸੋ ਪੰਜਾਬ ਦੇ ਵਿੱਚ ਉਹਦੀ ਇੱਕ ਨਜ਼ੀਰ ਪੈਦਾ ਕੀਤੀ ਜਾ ਸਕਦੀ ਹੈ। ਪੰਜਾਬ ਕੋਲੇ ਖੇਤੀ ਨਾਲ ਜੁੜੇ ਹੋਏ 18 ਵਿਭਾਗ ਨੇ ਜਿਹੜੇ ਅੱਜ 18 ਦੇ 18 ਵਿਭਾਗ ਇਹਨਾਂ ਪੋਲੀਟੀਕਲ ਲੋਕਾਂ ਨੇ ਆਪਣੇ ਚੌਧਰੀਆਂ ਨੂੰ ਚੇਅਰਮੈਨੀਆਂ ਦੇਣ ਵਾਸਤੇ ਜਾਂ ਕਰਜ਼ਾ ਲੈਣ ਵਾਸਤੇ ਰੱਖੇ ਹੋਏ ਆ। ਅਗਰ ਉਹ 18 ਵਿਭਾਗ ਜਿਹੜਾ ਵੇਅਰ ਹਾਊਸ ਹੈ, ਪਨਗ੍ਰੇਨ ਹੈ, ਪਨ ਸੀਡ ਹੈ, ਇਸੇ ਤਰ੍ਹਾਂ ਮਾਰਕਫੈਡ ਹੈ, ਮਿਲਕਫੈਡ ਹੈ, ਖੇਤੀਬਾੜੀ ਵਿਭਾਗ ਹੈ, ਐਗਰੀਕਲਚਰ ਯੂਨੀਵਰਸਿਟੀ ਹੈ, ਜੇ ਖੇਤੀ ਨੂੰ ਸਮਰਪਿਤ ਹੋ ਜਾਣਗੇ ਤਾਂ ਪੰਜਾਬ ਦੇ ਵਿੱਚ ਕੋਆਪਰੇਟਿਵ ਮਾਡਲ ਜਿਹੜਾ ਹੈਗਾ ਉਹ ਸਫਲ ਹੋ ਜਾਏਗਾ। ਔਰ ਕਾਰਪੋਰੇਟ ਦੇ ਸਾਹਮਣੇ ਜਦੋਂ ਕੋਆਪਰੇਟਿਵ ਮਾਡਲ ਖੜਾ ਹੋਏਗਾ ਤਾਂ ਦੋਹਾਂ ਦੇ ਕੰਪੀਟੀਸ਼ਨ ਦੇ ਵਿੱਚ ਕਿਸਾਨ ਨੂੰ ਉਹਦੀ ਉਪਜ ਦਾ ਸਹੀ ਮੁੱਲ ਮਿਲ ਜਾਏਗਾ ਔਰ ਕੋਆਪਰੇਟਿਵ ਮਾਡਲ ਦਾ ਜਿਹੜੇ ਮਾਲਕ ਹੈ ਉਹ ਲੋਕ ਹੋਣਗੇ ਤਾਂ ਜਿਹੜਾ ਕੰਜ਼ਿਊਮਰ ਹੈ ਉਹਨੂੰ ਵੀ ਸਹੀ ਰੇਟ ਤੇ ਜਿਹੜਾ ਹੈਗਾ ਸਮਾਨ ਮਿਲ ਜਾਏਗਾ। ਜਿਸ ਤਰ੍ਹਾਂ ਮਿਲਕਫੈਡ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਨੈਸਲੇ ਹੈ। ਹੁਣ ਨੈਸਲੇ 50 ਪੈਸੇ ਫੈਟ ਦੇ ਤਾਂ ਵੱਧ ਦਿੰਦਾ ਹੈ ਕਿਉਂਕਿ ਸਾਡੇ ਕੋਲੇ ਵੇਰਕ ਹੈ। ਸੋ ਇਸੇ ਤਰ੍ਹਾਂ ਪੰਜਾਬ ਦੇ ਕੋਲੇ 1500 ਮੰਡੀਆਂ ਨੇ, 153 ਮਾਰਕੀਟ ਕਮੇਟੀਆਂ ਨੇ। ਅਗਰ ਪੰਜਾਬ ਦੇ ਲੋਕ ਜਿਹੜੇ ਹੈਗੇ ਅਸਲ ਲੜਾਈ ਤੁਹਾਨੂੰ ਆਪਦੇ ਸੂਬੇ ਦੇ ਨਾਲ ਲੜਨੀ ਪਏਗੀ। ਅੱਜ ਆਪਾਂ ਗੱਲ ਕਰਦੇ ਹਾਂ ਕਿ ਖੇਤੀਬਾੜੀ ਜਿਹੜੀ ਸਟੇਟ ਲਿਸਟ ਹੈ, ਮਾਰਕੀਟਿੰਗ ਸਟੇਟ ਲਿਸਟ ਹੈ, ਪਰ ਆਪਾਂ ਪੰਜਾਬ ਦਾ ਜਦੋਂ ਦੇਖਦੇ ਹਾਂ ਤਾਂ ਪੰਜਾਬ ਦੀ ਖੇਤੀ ਨੀਤੀ ਕੋਈ ਨਹੀਂ ਹੈ। ਕੇਂਦਰ ਸਾਨੂੰ ਕੈਸ਼ ਕ੍ਰੈਡਿਟ ਲਿਮਟ ਦਿੰਦਾ, ਪ੍ਰੋਕਿਉਰਮੈਂਟ ਕਰਦਾ ਤਾਂ ਸਾਡੀ ਅਨਾਜ ਵਿਕਦਾ। ਅੱਜ ਜੇ ਉਹ ਸਾਨੂੰ ਨਹੀਂ CCL ਦੇਗਾ ਤੇ ਅਸੀਂ ਅਨਾਜ ਜਿਹੜਾ ਹੈਗਾ ਉਹ ਕੋਈ ਖਰੀਦਦਾਰ ਨਹੀਂ ਹੋਏਗਾ। ਝੋਨਾ ਇੱਥੇ ਵੀ 900 ਰੁਪਏ ਨੂੰ ਵਿਕੇਗਾ। ਸੋ ਇਹੀ ਡਰ ਜਿਹੜਾ ਹੈਗਾ ਕਿਸਾਨ ਦੇ ਅੰਦਰ ਹੈ ਔਰ ਇਹ ਖਦਸ਼ੇ ਜਿਹੜੇ ਹੈਗੇ ਆ ਉਹ ਸਮੇਂ ਦੀ ਹਕੂਮਤ ਨੂੰ ਦੂਰ ਕਰਨੇ ਪੈਣਗੇ। ਨਹੀਂ ਤਾਂ ਇਹ ਅੰਦੋਲਨ ਹੁਣ ਪੂਰੇ ਭਾਰਤ ਦੇ ਵਿੱਚ ਜ਼ੋਰ ਫੜ ਗਿਆ ਔਰ ਭਾਰਤ ਦੇ ਲੋਕ ਜਿਹੜੇ ਹੈਗੇ ਉਹ ਇਹਦੇ ਖਿਲਾਫ ਲੜਨਗੇ। ਜਿਸ ਤਰ੍ਹਾਂ ਕਿ ਹੁਣੇ ਹੀ ਬਲਵਿੰਦਰ ਸਿੰਘ ਉਹਨਾਂ ਨੇ ਦੱਸਿਆ ਕਿ ਜਿਹੜੀ ਮੋਨੋਪੋਲੀ ਸਿਸਟਮ ਹੈ ਜੋ ਸਰਕਾਰ ਦਾ ਬੇਸਿਕ ਜਿਹੜੀ ਪ੍ਰੋਬਲਮ ਹੈ ਕਿਸਾਨਾਂ ਦੇ ਨਾਲ ਉਸ ਦੇ ਉੱਤੇ ਲੜਾਈ ਚੱਲ ਰਹੀ ਹੈ। ਜਿਵੇਂ ਕਿ ਇਹ ਦੱਸ ਰਹੇ ਨੇ ਇਹਦੇ ਸੋਲੂਸ਼ਨ ਵੀ ਇਹਨਾਂ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨੂੰ ਕਿਸ ਤਰ੍ਹਾਂ ਇਸ ਦੇ ਅਸੀਂ ਸੋਲੂਸ਼ਨ ਕੱਢਿਆ ਜਾ ਸਕਦਾ ਹੈ ਜਾਂ ਇਸ ਅੰਦੋਲਨ ਨੂੰ ਕਿਸ ਰੁਖ ਨੂੰ ਮੁੜਿਆ ਜਾ ਸਕਦਾ ਹੈ। ਦੇਖੋ, ਮੈਂ ਕੋਈ ਸੰਦੇਸ਼ ਦੇਣ ਜੋਗਾ ਤਾਂ ਹੈ ਨਹੀਂਗਾ, ਪਰ ਮੈਂ ਕੇਵਲ ਇਹੀ ਕਹਿਣਾ ਚਾਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਤੇ ਭਾਰਤ ਦੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਤੁਹਾਨੂੰ ਕੋਈ ਰਾਜਨੇਤਾ ਜਾਂ ਪੋਲੀਟੀਕਲ ਪਾਰਟੀ ਨਹੀਂ ਬਚਾ ਸਕਦੀ। ਜੇ ਤੁਸੀਂ ਬਚਣਾ ਹੈ ਤੇ ਤੁਹਾਨੂੰ ਜੁੜਨਾ ਪਏਗਾ। ਸਭ ਤੋਂ ਪਹਿਲਾਂ ਨਾਗਰਿਕ ਬਣਨਾ ਪਏਗਾ। ਮੈਂ ਹਿੰਦੂ, ਮੈਂ ਸਿੱਖ, ਮੈਂ ਮੁਸਲਮਾਨ, ਮੈਂ ਗਰੇਵਾਲ, ਮੈਂ ਅਗਰਵਾਲ, ਮੈਂ ਬਰਾੜ, ਮੈਂ ਢਿੱਲੋਂ,
ਇਹ ਸਾਰਾ ਕੁਝ ਇੱਕ ਪਾਸੇ ਛੱਡ ਕੇ ਸਾਨੂੰ ਨਾਗਰਿਕ ਬਣਨਾ ਪਏਗਾ। ਔਰ ਦੂਸਰੀ ਗੱਲ ਜਿਹੜੀ ਹੈਗੀ ਹੈ, ਸਾਨੂੰ ਲੀਡਰ ਚੁਣਨੇ ਬੰਦ ਕਰਨੇ ਪੈਣਗੇ ਔਰ ਨੁਮਾਇੰਦਾ ਚੁਣਨਾ ਸਿੱਖਣਾ ਪਏਗਾ। ਕਹਿਣ ਦਾ ਭਾਵ ਕਿ ਪੋਲਿਟਿਕਸ ਜਿਹੜੀ ਹੈਗੀ ਹੈ, ਇਹਨੂੰ ਜੀਵਨ ਦਾ ਇੱਕ ਹਿੱਸਾ ਬਣਾਉਣਾ ਪਏਗਾ ਜੇ ਤੁਸੀਂ ਬਚਣਾ ਹੈ। ਉਸ ਗੱਲ ਤੋਂ ਤੁਸੀਂ ਪਰਹੇਜ਼ ਨਹੀਂ ਕਰ ਸਕਦੇ ਜਿਹਨੇ ਤੁਹਾਨੂੰ ਐਜੂਕੇਸ਼ਨ ਦੇਣੀ ਹੈ, ਹੈਲਥ ਦੇਣੀ ਹੈ। ਸੋ ਸਾਨੂੰ ਦੇਸ਼ ਦੇ ਵਿੱਚ ਜਿਹੜੀ ਫਿਰਕਾ ਪ੍ਰਸਤੀ ਦੀ ਹਨੇਰੀ ਚਲਾਈ ਜਾ ਰਹੀ ਹੈ, ਜਾਤ ਪਾਤ ਦੀ ਹਨੇਰੀ ਚਲਾਈ ਜਾ ਰਹੀ ਹੈ, ਉਹਦਾ ਮੁਕਾਬਲਾ ਕਰਨ ਵਾਸਤੇ ਭਾਰਤ ਦੇ ਤੇ ਪੰਜਾਬ ਦੇ ਨਾਗਰਿਕਾਂ ਨੂੰ ਬੁਨਿਆਦੀ ਲੋੜਾਂ ਅਤੇ ਸੰਵਿਧਾਨਕ ਹੱਕਾਂ ਦੀ ਲੜਾਈ ਲੜਨੀ ਪਏਗੀ। ਸਾਨੂੰ ਐਜੂਕੇਸ਼ਨ ਦੀ, ਹੈਲਥ ਦੀ, ਸੋਸ਼ਲ ਸਿਕਿਉਰਿਟੀ ਦੀ, ਥਾਣਿਆਂ 'ਚ ਨਿਆਂ ਦੀ, ਬਿਮਾਰ ਹੋਇਆਂ ਇਲਾਜ ਦੀ, ਉਸ ਲੜਾਈ ਦੇ ਉੱਤੇ ਇਕੱਠੇ ਹੋਣਾ ਪਏਗਾ ਔਰ ਆਪਸੀ ਸਮਝ ਬਣਾ ਕੇ ਆਪਦੇ ਨੁਮਾਇੰਦੇ ਚੁਣਨ ਦੀ ਇੱਕ ਸੋਝੀ ਜਿਹੜੀ ਹੈਗੀ ਆ ਸਮਾਜ ਦੇ ਵਿੱਚ, ਉਹ ਲੈ ਕੇ ਆਉਣੀ ਪਏਗੀ। ਉਹਦੇ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ ਹੈ। ਇਹ ਸਨ ਸਰਦਾਰ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਬਹੁਤ ਬਹੁਤ ਧੰਨਵਾਦ।